ਸੋ ਇਸ ਚੱਕਰਾਂ ਦੇ ਵਿੱਚ ਛੋਟੀਆਂ ਗੱਲਾਂ ਨੂੰ ਲੈ ਕੇ ਸੁਸਾਈਡ ਲੋਕ ਬੜਾ ਕਰ ਰਹੇ ਨੇ, ਕੀ ਕਾਰਨ ਮੰਨਦੇ ਹੋ? ਜਦੋਂ ਸਿਰਫ ਉਹਦੀ ਸੋਚ ਲਿਮਿਟਡ ਹੁੰਦੀ ਹੈ, ਨੈਰੋ ਹੋ ਜਾਂਦੀ ਹੈ ਕਿ ਉਹਨੂੰ ਦਿਖ ਰਿਹਾ ਹੁੰਦਾ ਹੈ ਕਿ ਆਹ ਚੀਜ਼ ਮੈਨੂੰ ਨਹੀਂ ਮਿਲ ਰਹੀ ਜਾਂ ਇਹ ਮੇਰੇ ਤੋਂ ਛਿਨ ਗਈ ਅਤੇ ਹੁਣ ਮੇਰੀ ਲਾਈਫ ਦਾ ਕੋਈ ਮੀਨਿੰਗ ਨਹੀਂ। ਲਾਈਫ ਬਹੁਤ ਜ਼ਿਆਦਾ ਲੋਕ ਸਟਰੈਸ 'ਚ ਆ ਗਏ ਨੇ। ਉਸ ਸਟਰੈਸ ਦਾ ਜਿਹੜੀ ਐਨਜ਼ਾਈਟੀ ਹੈ ਹੁੰਦੇ ਡਿਪਰੈਸ਼ਨ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਉਦੋਂ ਫਿਰ ਕਾਫੀ ਮਦਦ ਦੀ ਲੋੜ ਹੁੰਦੀ ਹੈ। ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਮਨ ਦੇ ਵਿੱਚ ਕੀ ਚੱਲ ਰਿਹਾ, ਕੋਈ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਲੋਕ ਜਾਂ ਬੰਦਾ ਸੁਸਾਈਡ ਵੱਲ ਨੂੰ ਸੋਚਦਾ ਹੈ? ਪਹਿਲੀ ਗੱਲ ਤਾਂ ਇਹ ਬੜਾ ਨੈਗੇਟਿਵ ਹੁੰਦਾ। ਜਦੋਂ ਨੈਗੇਟਿਵ ਹੋਏਗਾ ਤਾਂ ਨੈਚੁਰਲੀ ਉਹ ਨੋਰਮਲ ਐਕਟੀਵਿਟੀਜ਼ ਨੂੰ ਇੰਜੋਏ ਨਹੀਂ ਕਰੇਗਾ, ਉਹ ਫੈਮਿਲੀ 'ਚ ਬੈਠੇ ਉੱਠੇਗਾ ਨਹੀਂ, ਖਾਣਾ ਪੀਣਾ ਨਹੀਂ ਇੰਜੋਏ ਕਰੇਗਾ। ਫਿਰ ਕਿਸ ਤਰੀਕੇ ਨਾਲ ਟ੍ਰੀਟਮੈਂਟ ਇੱਥੇ ਤੁਸੀਂ ਦਿੰਦੇ ਹੋ? ਅਜਿਹੇ ਕਿਹੜੇ ਸ਼ਬਦ ਤੁਸੀਂ, ਅਜਿਹੀ ਕਿਹੜੀ ਫੂਕ ਜਿਹੜੀ ਉਹਨਾਂ ਦੇ ਕੰਨ ਦੇ ਵਿੱਚ ਮਾਰਦੇ ਹੋ ਕਿ ਉਹ ਡਰੱਗ ਵੀ ਛੱਡ ਦਿੰਦਾ ਹੈ, ਬੱਚੇ ਸ਼ਰਾਰਤਾਂ ਕਰਨੋਂ ਹਟ ਜਾਂਦੇ ਨੇ? ਉਹ ਵੰਡਰਫੁਲ ਡਾਈਟ ਹੈ, ਉਹਦੇ ਤਾਂ ਸਿਸਟਮ ਦੇ ਬਹੁਤ ਬੈਨੀਫਿਟਸ ਹੈਗੇ, ਤੁਸੀਂ ਜਾਣਦੇ ਹੀ ਹੋ। ਉਸ ਤੋਂ ਇਲਾਵਾ ਕਾਉਂਸਲਿੰਗ ਹੈ ਅਤੇ ਮੈਡੀਟੇਸ਼ਨ ਹੈ। ਜਦੋਂ ਲੋਕ ਜਿਸ ਤਰ੍ਹਾਂ ਸਟ੍ਰੈਸ ਦੇ ਵਿੱਚ ਜੀ ਰਹੇ ਨੇ, ਟੈਨਸ਼ਨ ਦੇ ਵਿੱਚ ਜੀ ਰਹੇ ਨੇ, ਐਨਜ਼ਾਈਟੀ ਦੇ ਵਿੱਚ ਜੀ ਰਹੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਮੈਡੀਟੇਸ਼ਨ ਕਰਨ। ਅਸੀਂ ਅਗਰ ਕਿਸੇ ਨੂੰ ਇੱਦਾਂ ਦੇ ਐਟੀਟਿਊਡ ਦੇ ਵਿੱਚ ਦੇਖਦੇ ਹਾਂ ਜਾਂ ਕਿਸੇ ਨੂੰ ਪਰੇਸ਼ਾਨੀ ਦੇ ਵਿੱਚ ਦੇਖਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਤਾਂ ਰੋਜ਼ ਦੀ ਕੰਮ ਹੈ। ਮੈਂ ਕੁਝ ਕੇਸਿਸ ਕੀਤੇ ਨੇ, ਕੁਝ ਲੋਕ ਕਹਿੰਦੇ ਨੇ ਕਿ ਸਾਡੇ ਦਿਮਾਗ 'ਚੋਂ ਕੱਲ੍ਹ ਨਿਕਲਦੀ ਨਹੀਂ ਸੀ, ਬੜੇ ਸਾਲ ਹੋ ਗਏ ਸੀ, ਜਾਂ ਕਿ ਉਹਦੇ ਰਾਤ ਨੂੰ ਕਹਿੰਦੇ ਨੀਂਦ ਨਹੀਂ ਆਉਂਦੀ, ਕੋਈ ਗੱਲ ਸੋਚੀ ਜਾਂਦੇ ਹਾਂ। ਰਿਜ਼ਲਟਸ ਐਸੇ ਨੇ ਕਿ ਬਹੁਤ ਸਾਰੇ ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ, ਬਹੁਤ ਸਾਰੀਆਂ ਸਾਈਕੈਟ੍ਰਿਕ ਮੈਡੀਸਿਨਸ ਤੋਂ ਬਚ ਜਾਓਗੇ। ਜਿਹੜੇ ਹੋਰ ਹਸਪੀਟਲਸ ਦੇ ਵਿੱਚ ਮੈਡੀਟੇਸ਼ਨ ਸੈਂਟਰ ਹੋਰ ਹਸਪੀਟਲਸ ਦੇ ਵਿੱਚ ਵੀ ਬਣੇ ਹੁੰਦੇ ਨੇ, ਬੜੀ ਮੋਟੀ ਫੀਸ ਲੈਂਦੇ ਨੇ, ਇੱਥੇ ਕਿੰਨੀ ਕੁ ਫੀਸ ਰੱਖੀ ਹੈ ਤੁਸੀਂ? ਅਸੀਂ ਥੋੜ੍ਹੀ ਫੀਸ ਰੱਖੀ ਹੈ। ਉਸ ਤੋਂ ਬਾਅਦ ਤੁਸੀਂ ਬਹੁਤ ਸਾਰੇ ਤੁਹਾਨੂੰ ਸੋਲਿਊਸ਼ਨਸ ਮਿਲਦੇ ਨੇ, ਤੁਹਾਡੀ ਜਿਹੜੀ ਮੁਸ਼ਕਲਾਂ ਨੇ, ਜਿਹੜੇ ਤੁਸੀਂ ਫੈਸਲੇ ਲੈਣੇ ਜ਼ਿੰਦਗੀ ਦੇ, ਤੁਸੀਂ ਉਹ ਵਧੀਆ ਲੈ ਸਕਦੇ ਹੋ। ਬਹੁਤ ਬੈਨੀਫਿਟਸ ਨੇ ਜੀ। ਇਹ ਜਦੋਂ ਕੋਈ ਐਕਸਪੀਰੀਅੰਸ ਕਰਦਾ ਉਦੋਂ ਹੀ ਫੀਲ ਕਰ ਸਕਦਾ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਬੀਤੇ ਦਿਨੀ ਅਸੀਂ ਤੁਹਾਨੂੰ NP ਜਿਹੜਾ ਇਲਾਜ ਕੇਂਦਰ ਹੈਗਾ, ਨੈਚੁਰਲਪੈਥੀ ਇਲਾਜ ਕੇਂਦਰ ਪਟਿਆਲੇ ਦੇ ਵਿੱਚ, ਜਿਹੜਾ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਨੇ ਜਿਹੜੇ ਲੀਡ ਕਰ ਰਹੇ ਨੇ, ਉਹ ਤੁਹਾਨੂੰ ਦਿਖਾਇਆ ਸੀ ਕਿਸ ਤਰੀਕੇ ਨਾਲ ਉਸ ਕੁਦਰਤੀ ਇਲਾਜ ਕੇਂਦਰ ਦੇ ਵਿੱਚ ਜਿਹੜਾ ਖਾਦ ਸਮੱਗਰੀ ਦੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਦੱਸ ਕੇ ਜਿਹੜਾ ਇਲਾਜ ਕੀਤਾ ਜਾਂਦਾ ਹੈ। ਤਾਂ ਉੱਥੇ ਹੀ ਇੱਕ ਵਿੰਗ ਜਿਹੜਾ ਡਾਕਟਰ ਆਜ਼ਾਦ ਹੋਰਾਂ ਨੇ ਉਹ ਸਾਈਕੋਲੋਜੀਕਲ ਵਿੰਗ ਬਣਾਇਆ, ਯਾਨੀ ਮਨੋਵਿਗਿਆਨ ਦਾ ਵਿੰਗ ਬਣਾਇਆ ਹੈ। ਅਤੇ ਲੋਕਾਂ ਨੇ ਬੜੀ ਪਿਛਲੀ ਵਾਰ ਮਕਬੂਲ ਹੋਈ ਸੀ ਉਹ, ਅਤੇ ਸਾਨੂੰ ਕਿਹਾ ਸੀ ਕਿ ਜਿਹੜੀਆਂ ਦਿਮਾਗੀ ਨਾਲ ਸੰਬੰਧਿਤ ਜਿਹੜੇ ਰੋਗ ਨੇ, ਮਨ ਨਾਲ ਸੰਬੰਧਿਤ ਰੋਗ ਨੇ, ਮਨੋਰੋਗ ਨੇ, ਉਹਨਾਂ 'ਤੇ ਵੀ ਥੋੜ੍ਹੀ ਬਹੁਤ ਸਾਡੇ ਨਾਲ ਗੱਲ ਕਰਵਾਈ ਜਾਵੇ। ਸੋ ਸਾਡੇ ਨਾਲ NP ਕੁਦਰਤੀ ਇਲਾਜ ਕੇਂਦਰ ਦੇ ਸਾਡੇ ਨਾਲ ਕਾਉਂਸਲਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਈਕੋਲੋਜੀ, ਲੋਕਾਂ ਦੇ ਵਿਗਿਆਨ ਨੂੰ ਜਾਣਦੇ ਨੇ, ਲੋਕਾਂ ਦੇ ਮਨਾਂ ਨੂੰ ਸਮਝਦੇ ਨੇ, ਔਰ ਕਿਸ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ। ਕੀ ਨਾਂ ਹੈ ਜੀ ਤੁਹਾਡਾ? ਕਮਲਜੀਤ ਸਿੰਘ। ਕਮਲ ਜੀ, ਇਹ ਦੱਸੋ ਪਹਿਲਾਂ ਕਿ ਅੱਜ ਕੱਲ੍ਹ ਲੋਕਾਂ ਨੂੰ ਕਰੋਨਾ ਵਾਇਰਸ ਸਭ ਪਾਸੇ ਫੈਲਿਆ ਹੋਇਆ, ਮਹਾਮਾਰੀ ਦਾ ਰੂਪ ਜਿਹੜਾ ਉਹ ਮਿਲਿਆ ਹੋਇਆ ਹੈ, ਮਹਾਮਾਰੀ ਰੂਪ ਘੋਸ਼ਿਤ ਕੀਤਾ ਹੋਇਆ ਹੈ। ਕਿਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਇਸ ਵੇਲੇ ਲੱਗ ਰਹੀਆਂ ਨੇ, ਕਿਹੋ ਜਿਹੇ ਮਨੋਰੋਗ ਹੋ ਰਹੇ ਨੇ? ਅੱਜ ਕੱਲ੍ਹ ਜੀ ਸਟ੍ਰੈਸ ਬਹੁਤ ਹਾਵੀ ਹੋ ਰਿਹਾ, ਲੋਕ ਨੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਐਨਜ਼ਾਈਟੀ ਬਹੁਤ ਹਾਵੀ ਹੋ ਰਹੀ ਹੈ, ਲੋਕਾਂ ਨੂੰ ਨੀਂਦ ਨਹੀਂ ਆ ਰਹੀ, ਬਾਈਪੋਲਰ ਦੇ ਮਰੀਜ਼ ਹੋ ਰਹੇ ਨੇ। ਅਤੇ ਇਸ ਤਰ੍ਹਾਂ ਮਤਲਬ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ, ਕਿਉਂਕਿ ਸਾਰੇ ਕੰਮ ਧੰਦੇ ਵੀ ਠੱਪ ਹੋ ਗਏ ਨੇ ਅਤੇ ਸਕੂਲ ਕਾਲਜ ਵੀ ਬੰਦ ਨੇ। ਲੋਕਾਂ ਨੂੰ ਬਹੁਤ ਜ਼ਿਆਦਾ ਵਰੀ ਹੋ ਗਈ ਹੈ, ਐਨਜ਼ਾਈਟੀ ਹੋ ਗਈ ਹੈ ਵੀ ਕਿਸ ਤਰ੍ਹਾਂ ਅੱਗੇ ਮੈਰਿਡ ਲਾਈਫ ਚੱਲੇਗੀ, ਕਿਸ ਤਰ੍ਹਾਂ ਅੱਗੇ ਜੌਬ ਲਾਈਫ ਚੱਲੇਗੀ। ਬੜੇ ਲੋਕਾਂ ਨੂੰ ਫਾਇਰ ਕਰ ਦਿੱਤਾ ਗਿਆ ਹੈ ਅਤੇ ਅੱਗੇ ਫਰਦਰ ਕਿਸ ਤਰ੍ਹਾਂ ਕੰਟੀਨਿਊ ਹੋਏਗੀ ਲਾਈਫ, ਫਾਈਨੈਂਸ਼ੀਅਲ ਸਰਵਾਈਵਲ ਕਿਸ ਤਰ੍ਹਾਂ ਹੋਏਗਾ। ਇਸ ਤਰ੍ਹਾਂ ਦੇ ਸਾਰੇ ਜਿਹੜੇ ਇਸ਼ੂਜ਼ ਨੇ, ਇਹ ਬਹੁਤ ਜ਼ਿਆਦਾ ਲੋਕ ਸਟਰੈਸ 'ਚ ਆ ਗਏ ਨੇ। ਉਸ ਸਟਰੈਸ ਦਾ ਜਿਹੜੀ ਐਨਜ਼ਾਈਟੀ ਹੈ ਹੁੰਦੇ ਡਿਪਰੈਸ਼ਨ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਉਦੋਂ ਫਿਰ ਕਾਫੀ ਮਦਦ ਦੀ ਲੋੜ ਹੁੰਦੀ ਹੈ। ਅਤੇ ਇਸ ਲਈ ਜਦੋਂ ਇਸ ਪੈਂਡੇਮਿਕ ਵਿੱਚ ਜਦੋਂ ਲੋਕ ਜਿਸ ਤਰ੍ਹਾਂ ਸਟਰੈਸ ਦੇ ਵਿੱਚ ਜੀ ਰਹੇ ਨੇ, ਟੈਨਸ਼ਨ ਦੇ ਵਿੱਚ ਜੀ ਰਹੇ ਨੇ, ਐਨਜ਼ਾਈਟੀ ਦੇ ਵਿੱਚ ਜੀ ਰਹੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਮੈਡੀਟੇਸ਼ਨ ਕਰਨ। ਅਤੇ ਜਾਂ ਫਿਰ ਜੇ ਕੋਈ ਇਸ਼ੂਜ਼ ਨੇ, ਕੋਈ ਵੀ ਫੈਮਿਲੀ ਲੈਵਲ 'ਤੇ, ਵਰਕ ਲੈਵਲ 'ਤੇ, ਪਰਸਨਲ ਹੋ ਗਏ, ਮਨੋਵਿਗਿਆਨਿਕ ਹੋ ਗਏ, ਉਹਨਾਂ ਲਈ ਕਾਉਂਸਲਿੰਗ ਲੈਣੀ ਚਾਹੀਦੀ ਹੈ। ਕਾਉਂਸਲਿੰਗ ਕਰਨ ਨਾਲ ਬਹੁਤ ਜ਼ਿਆਦਾ ਰਿਲੀਫ ਮਿਲਦਾ ਹੈ, ਤੁਹਾਨੂੰ ਇਨਸਾਈਟ ਮਿਲਦੀ ਹੈ, ਤੁਹਾਨੂੰ ਪ੍ਰੋਪਰ ਕਲੈਰਿਟੀ ਮਿਲਦੀ ਹੈ ਤੁਹਾਡੇ ਇਸ਼ੂਜ਼ ਦੀ, ਅਤੇ ਤੁਹਾਡੀ ਜਿਹੜੀ ਆਪਸ਼ਨਸ ਨੇ ਉਹ ਵਿਚਾਰੀਆਂ ਜਾਂਦੀਆਂ ਹਨ ਕਿ ਕੀ ਸੰਭਾਵਨਾਵਾਂ ਨੇ, ਤੁਸੀਂ ਕੀ ਕਰ ਸਕਦੇ ਹੋ, ਅਤੇ ਤੁਹਾਨੂੰ ਖੁਦ ਅੰਦਰੋਂ ਮਹਿਸੂਸ ਹੁੰਦਾ ਹੈ। ਇੱਕ ਤਾਂ ਹੁੰਦਾ ਹੈ ਵੀ ਕਿਸੇ ਨੂੰ ਵੈਸੇ ਫੋਰਸਫੁਲੀ ਦੱਸਣਾ। ਕਾਉਂਸਲਿੰਗ ਦੇ ਵਿੱਚ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਰਾਹੀਂ ਇਹ ਪ੍ਰੋਸੈਸ ਕਰਦੇ ਹਾਂ ਤਾਂ ਉਹਨੂੰ ਅੰਦਰੋਂ ਗਿਆਨ ਮਿਲਦਾ ਹੈ, ਅਵੇਅਰਨੈਸ ਮਿਲਦੀ ਹੈ। ਮਤਲਬ ਇਹ ਹੁੰਦਾ ਕਿ ਕਾਉਂਸਲਿੰਗ ਦੇ ਥਰੂ ਅਸੀਂ ਆਪਣੇ ਬੋਲਾਂ ਨਾਲ, ਆਪਣੇ ਦੋ ਸ਼ਬਦਾਂ ਨਾਲ ਉਹਦੇ ਜਿਹੜੀ ਦਿਮਾਗ ਦੀ ਬਿਮਾਰੀ ਹੈ ਜਾਂ ਉਹਦੇ ਜੋ ਸਟ੍ਰੈਸ ਚੱਲ ਰਿਹਾ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਉਹਦੇ ਨਾਲ ਗੱਲਬਾਤ ਦੇ ਜ਼ਰੀਏ। ਹਾਂਜੀ, ਪਹਿਲਾਂ ਤਾਂ ਉਹਨੂੰ ਇਨਸਾਈਟ ਮਿਲਦੀ ਹੈ, ਅੰਤਰ ਝਾਤ ਮਿਲਦੀ ਹੈ ਪੇਸ਼ੈਂਟ ਨੂੰ ਕਿ ਇਹ ਸਮੱਸਿਆ ਹੈ ਕੀ ਹੈ, ਮੈਂ ਕਿਉਂ ਇਸ ਤਰ੍ਹਾਂ ਕਰ ਰਿਹਾ, ਕਿਉਂ
ਮੇਰੇ ਤੇ ਹਾਵੀ ਹੋ ਰਹੀ ਹੈ, ਇਹਦੀ ਜੜ ਕੀ ਹੈ। ਉਸ ਤੋਂ ਬਾਅਦ ਜਿਹੜੀਆਂ ਸੰਭਾਵਨਾਵਾਂ ਹੁੰਦੀਆਂ ਨੇ ਉਹ ਵਿਚਾਰੀਆਂ ਜਾਂਦੀਆਂ ਹਨ ਵੀ ਇਹ ਪੋਸੀਬਿਲਿਟੀਜ਼ ਹੈਗੀਆਂ ਨੇ, ਤੇ ਪ੍ਰੋਪਰ ਵਰਕਆਊਟ ਕੀਤਾ ਜਾਂਦਾ ਕਾਉਂਸਲਿੰਗ ਪ੍ਰੋਸੈਸ ਦੇ ਵਿੱਚ ਵੀ ਕੀ ਸਟ੍ਰੈਟਜੀਜ਼ ਆਪਾਂ ਲਗਾ ਸਕਦੇ ਹਾਂ, ਤੇ ਉਸ ਦੇ ਨਾਲ ਪਰਸਨ ਨੂੰ ਅਵੇਅਰਨੈਸ ਮਿਲਦੀ ਹੈ, ਉਹ ਜਾਗਰੂਕ ਹੋ ਜਾਂਦਾ ਹੈ, ਪੂਰਾ ਅਵੇਅਰ ਰਹਿੰਦਾ ਹੈ ਕਿ ਮੈਂ ਅੱਗੇ ਤੋਂ ਕਿਸ ਤਰ੍ਹਾਂ ਰਹਿਣਾ ਹੈ। ਕਮਲ ਜੀ, ਅੱਜ ਕੱਲ੍ਹ ਨਾ ਇੱਕ ਬੜੀ ਭਿਆਨਕ ਜਿਹੜੀ ਬਿਮਾਰੀ ਹੈ, ਬਹੁਤ ਵੱਡੇ ਪੱਧਰ ਤੇ ਰੋਜ਼ ਹੀ ਸਾਨੂੰ ਜਿਹੜੀਆਂ 2-4 ਖਬਰਾਂ ਇੱਦਾਂ ਦੀਆਂ ਮਿਲਦੀਆਂ ਨੇ ਕਿ ਅੱਜ ਉਸ ਇਲਾਕੇ ਦੇ ਵਿੱਚ, ਕੱਲ੍ਹ ਉਸ ਇਲਾਕੇ ਦੇ ਵਿੱਚ ਸੁਸਾਈਡ ਦਾ ਬੜਾ ਜ਼ਿਆਦਾ ਜਿਹੜਾ ਇਸ ਵੇਲੇ ਖਬਰਾਂ ਮਿਲ ਰਹੀਆਂ ਨੇ। ਕਰੋਨਾ ਵਾਇਰਸ ਕਰਕੇ ਲੋਕਾਂ ਕੋਲ ਕੰਮਕਾਰ ਨਹੀਂ ਰਿਹਾ, ਸਟੂਡੈਂਟ ਕੋਲ ਆਪਣੇ ਭਵਿੱਖ ਦਾ ਫਿਕਰ ਹੈ। ਸੋ ਇਸ ਚੱਕਰਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਸੁਸਾਈਡ ਲੋਕ ਬੜਾ ਕਰ ਰਹੇ ਨੇ, ਕੀ ਕਾਰਨ ਮੰਨਦੇ ਹੋ? ਜਿਹੜੀ ਸੁਸਾਈਡ ਹੈ ਨੈਗੇਟਿਵ, ਜਦੋਂ ਤੁਹਾਡਾ ਥਾਟ ਪ੍ਰੋਸੈਸ ਹੋ ਜਾਂਦਾ, ਤੁਹਾਡਾ ਐਟੀਟਿਊਡ ਇਸ ਤਰ੍ਹਾਂ ਦਾ ਬਣ ਜਾਂਦਾ, ਤੁਸੀਂ ਟੋਟਲੀ ਨੈਗੇਟਿਵ ਹੋ ਜਾਂਦੇ ਹੋ। ਜਿਸ ਤਰ੍ਹਾਂ ਦੀ ਤੁਸੀਂ ਨੈਗੇਟਿਵ ਸੋਚੋਗੇ ਉਸ ਤਰ੍ਹਾਂ ਦੀ ਤੁਹਾਡੀ ਫੀਲਿੰਗਸ ਬਣਨਗੀਆਂ, ਅਤੇ ਤੁਹਾਡਾ ਕੰਟਰੋਲ ਨਹੀਂ ਰਹਿੰਦਾ, ਤੁਸੀਂ ਇੰਪਲਸਿਵ ਹੋ ਜਾਂਦੇ ਹੋ ਬਹੁਤ ਜ਼ਿਆਦਾ। ਇੰਪਲਸਿਵਨੈਸ ਕਰਕੇ ਕੋਈ ਡਿਸੀਜਨ ਲੋਕ ਲੈਣ ਦੀ ਕੋਸ਼ਿਸ਼ ਕਰਦੇ ਨੇ ਵੀ ਖਤਮ ਕਰ ਲਈਏ ਜਾਂ ਸੁਸਾਈਡ ਕਰ ਲਈਏ। ਅਤੇ ਜਿਹੜੀ ਇੰਪਲਸਿਵ ਸੁਸਾਈਡ ਕਿਸੇ ਚੀਜ਼ ਦਾ ਹੱਲ ਹੈ ਜੀ? ਇਹ ਕੋਈ ਹੱਲ ਨਹੀਂ ਹੈ ਜੀ, ਇਹ ਕੋਈ ਹੱਲ ਨਹੀਂ ਹੈ। ਇਹਨੂੰ ਇਸ ਨੂੰ ਬਚਾਇਆ ਜਾ ਸਕਦਾ ਹੈ ਪ੍ਰੋਪਰ, ਜੇ ਤੁਹਾਨੂੰ ਮਦਦ ਮਿਲ ਜੇ, ਤੁਹਾਨੂੰ ਕੋਈ ਸਲਾਹ ਮਸ਼ਵਰਾ ਪ੍ਰੋਪਰ ਕਾਉਂਸਲਰ ਟਾਈਪ ਕੋਈ ਦੇ ਤਾਂ, ਜਾਂ ਥੋੜੀ ਮੈਡੀਟੇਸ਼ਨ ਤੁਹਾਡੀ ਲਾਈਫ ਦੇ ਵਿੱਚ ਆ ਜੇ, ਕੋਈ ਐਕਸਪਰਟ ਗਾਈਡੈਂਸ ਮਿਲ ਜੇ, ਮੈਡੀਟੇਸ਼ਨ ਕਰਨ ਨਾਲ ਤੁਹਾਡਾ ਇਹ ਬਿਲਕੁਲ ਤੁਸੀਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਭੁੱਲ ਜਾਓਗੇ, ਤੁਸੀਂ ਤੁਹਾਡੀ ਪੋਜ਼ੀਟਿਵ ਹੋ ਜਾਓਗੇ। ਰਾਦਰ ਤੁਹਾਨੂੰ ਸਮਝ ਆ ਜਾਏਗੀ ਜ਼ਿੰਦਗੀ ਕੀ ਹੈ। ਇਹ ਸੁਸਾਈਡ ਬੰਦਾ ਉਦੋਂ ਹੀ ਕਰਦਾ ਹੈ ਜਦੋਂ ਸਿਰਫ ਉਹਦੀ ਸੋਚ ਲਿਮਿਟਡ ਹੁੰਦੀ ਹੈ, ਨੈਰੋ ਹੋ ਜਾਂਦੀ ਹੈ, ਕਿ ਉਹਨੂੰ ਦਿਖ ਰਿਹਾ ਹੁੰਦਾ ਹੈ ਕਿ ਆਹ ਚੀਜ਼ ਮੈਨੂੰ ਨਹੀਂ ਮਿਲ ਰਹੀ, ਜਾਂ ਇਹ ਮੇਰੇ ਤੋਂ ਛਿਨ ਗਈ, ਅਤੇ ਹੁਣ ਮੇਰੀ ਲਾਈਫ ਦਾ ਕੋਈ ਮੀਨਿੰਗ ਨਹੀਂ। ਲਾਈਫ ਦਾ ਮੀਨਿੰਗ ਬਹੁਤ ਗਹਿਰਾ ਹੈ, ਇਹ ਸਮਝਣਾ ਚਾਹੀਦਾ ਹੈ। ਕਮਲ ਜੀ, ਸਾਨੂੰ ਨਹੀਂ ਪਤਾ ਹੁੰਦਾ ਕਿ ਕਿਸ ਵੇਲੇ ਕਿਸ ਦਿਮਾਗ ਦੇ ਵਿੱਚ, ਸਾਡੇ ਘਰ ਦੇ ਕਿਸ ਚੀਜ਼ 'ਚ ਕੀ ਚੱਲ ਰਿਹਾ, ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਮਨ ਦੇ ਵਿੱਚ ਕੀ ਚੱਲ ਰਿਹਾ। ਕੋਈ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਲੋਕ ਜਾਂ ਬੰਦਾ ਸੁਸਾਈਡ ਵੱਲ ਨੂੰ ਸੋਚਦਾ ਹੈ? ਕੋਈ ਨਿਸ਼ਾਨੀ ਹੁੰਦੀ ਹੈ, ਕੋਈ ਸਰੀਰ ਉਹਨਾਂ ਦਾ ਨਿਸ਼ਾਨੀ ਛੱਡਦਾ ਹੈ, ਉਹਨਾਂ ਦੇ ਹਾਵ ਭਾਵ ਕੋਈ ਨਿਸ਼ਾਨੀ ਹੁੰਦੀ ਜਿਹਨੂੰ ਅਸੀਂ ਪਹਿਚਾਨ ਕਰ ਸਕਦੇ, ਅਤੇ ਅਜਿਹੇ ਕੀ ਅਸੀਂ ਉਹਨਾਂ ਦੇ ਗੰਨ 'ਚ ਫੂਕ ਮਾਰੀਏ ਕਿ ਸਾਨੂੰ ਲੱਗੇ ਅਗਰ ਕਿਸੇ ਕੋਲ ਕੋਈ ਨਿਸ਼ਾਨੀ ਉੱਦਾਂ ਦੀ ਆਉਂਦੀ ਹੈ, ਕੋਈ ਸਿੰਪਟਮ ਉੱਦਾਂ ਦੇ ਛੱਡਦਾ ਹੈ ਜਿਹੜਾ ਸੁਸਾਈਡ ਕਰਨ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ, ਕੀ ਫਾਰਮੂਲਾ ਕੋਈ ਹੈ ਜੀ? ਜਦੋਂ ਬੰਦਾ ਸੁਸਾਈਡਲ ਥਾਟ ਪ੍ਰੋਸੈਸ ਦੇ ਵਿੱਚ ਹੁੰਦਾ ਹੈ, ਪਹਿਲੀ ਗੱਲ ਤਾਂ ਇਹ ਬੜਾ ਨੈਗੇਟਿਵ ਹੁੰਦਾ। ਜਦੋਂ ਨੈਗੇਟਿਵ ਹੋਏਗਾ ਤਾਂ ਨੈਚੁਰਲੀ ਉਹ ਨਾਰਮਲ ਐਕਟੀਵਿਟੀਜ਼ ਨੂੰ ਇੰਜੋਏ ਨਹੀਂ ਕਰੇਗਾ, ਉਹ ਫੈਮਿਲੀ 'ਚ ਬੈਠੇ ਉੱਠੇਗਾ ਨਹੀਂ, ਖਾਣਾ ਪੀਣਾ ਨਹੀਂ ਇੰਜੋਏ ਕਰੇਗਾ, ਤਾਂ ਉਹ ਕੀ ਕਰਦਾ ਹੈ, ਇਕੱਲਾਪਨ ਭਾਲਦਾ ਹੈ, ਇਕੱਲਾ ਰਹਿਣਾ ਸ਼ੁਰੂ ਕਰ ਦਿੰਦਾ ਹੈ, ਜਾਂ ਥੋੜ੍ਹਾ ਜਿਹਾ ਦੂਰ ਰਹਿੰਦਾ ਹੈ ਫੈਮਿਲੀ ਤੋਂ, ਗਾਇਬ ਰਹਿੰਦਾ ਹੈ, ਜਾਂ ਉਹਦੀ ਸਸਪੀਸ਼ੀਅਸ ਐਕਟੀਵਿਟੀਜ਼ ਹੋ ਜਾਂਦੀਆਂ ਨੇ, ਜਾਂ ਉਹ ਇੱਕ ਪਾਸੇ ਉਹਦਾ ਓਬਸੈਸ਼ਨ ਬਣ ਜਾਂਦਾ, ਉਹ ਕਿਤੇ ਫੋਨ ਹੀ ਕਰੀ ਜਾਂਦਾ ਇੱਕ ਪਾਸੇ ਲੱਗ ਕੇ। ਮਤਲਬ ਇਹ ਜਿਹੜੀ ਅਬਨੋਰਮਲ ਐਕਟੀਵਿਟੀਜ਼ ਤੋਂ ਅਸੀਂ ਜੱਜ ਕਰ ਸਕਦੇ ਹਾਂ ਕਿ ਇਹ ਬੰਦਾ ਵੀ ਠੀਕ ਨਹੀਂ ਹੈ, ਵੀ ਇਹਦੀ ਥਿੰਕਿੰਗ ਨਾਰਮਲ ਨਹੀਂ ਹੈ, ਤਾਂ ਉਹਨੂੰ ਵੀ ਉਹਦੇ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਚਾਹੇ ਫੈਮਿਲੀ ਮੈਂਬਰ ਪਹਿਲਾਂ ਸਭ ਤੋਂ ਨਜ਼ਦੀਕ ਹੁੰਦਾ। ਕਮਲ ਜੀ, ਸਾਡੇ ਪੰਜਾਬ ਦੇ ਵਿੱਚ ਹੁੰਦਾ ਤਾਂ ਉਲਟਾ ਹੈ। ਅਸੀਂ ਅਗਰ ਕਿਸੇ ਨੂੰ ਇੱਦਾਂ ਦੇ ਐਟੀਟਿਊਡ ਦੇ ਵਿੱਚ ਦੇਖਦੇ ਹਾਂ ਜਾਂ ਕਿਸੇ ਨੂੰ ਪਰੇਸ਼ਾਨੀ ਦੇ ਵਿੱਚ ਦੇਖਦੇ ਹਾਂ, ਤਾਂ ਅਸੀਂ ਕਹਿੰਦੇ ਹਾਂ ਇਹ ਤਾਂ ਰੋਜ਼ ਦੀ ਕੰਮ ਹੈ। ਨਹੀਂ, ਇਹ ਡਿਫਰੈਂਟ ਕੇਸਿਸ ਹੁੰਦੇ ਨੇ, ਆਪਾਂ ਨੂੰ ਦੇਖਣਾ ਪਏਗਾ ਵੀ ਰੋਜ਼ ਦੇ ਕੰਮ ਨਹੀਂ, ਉਹ ਅਲੱਗ ਚੀਜ਼ ਹੈ। ਜਿਹੜਾ ਤੁਸੀਂ ਕਹਿ ਰਹੇ ਹੋ ਰੋਜ਼ ਦਾ ਕੰਮ ਹੁੰਦਾ ਹੈ, ਰੋਜ਼ ਦਾ ਕੰਮ ਹੁੰਦਾ ਹੈ, ਉਹ ਇਹ ਕਹਿ ਸਕਦੇ ਆ ਵੀ ਕੋਈ ਪੈਂਪਰਡ ਚਾਈਲਡ ਹੈ, ਬੱਚੇ ਨੂੰ ਜ਼ਿਆਦਾ ਲਾਡ ਪਿਆਰ ਮਿਲਿਆ ਹੈ ਤਾਂ ਥੋੜ੍ਹਾ ਉਸ ਤਰ੍ਹਾਂ ਨਖਰੇ ਕਰਦਾ ਹੈ ਜਾਂ ਰੋਟੀ ਨਹੀਂ ਖਾਂਦਾ, ਉਹ ਅਲੱਗ ਚੀਜ਼ ਹੈ। ਪਰ ਜਦੋਂ ਬੰਦਾ ਸੁਸਾਈਡਲ ਅਟੈਂਪਟ ਹੋਏਗਾ, ਉਹ ਫੈਮਿਲੀ ਨੂੰ ਪਤਾ ਚੱਲ ਜਾਏਗਾ ਉਹਦੀ ਫੇਸ਼ੀਅਲ ਐਕਸਪ੍ਰੈਸ਼ਨਸ ਤੋਂ, ਉਹਦੀ ਬੋਡੀ ਲੈਂਗੁਏਜ ਤੋਂ, ਕਿ ਇਹ ਰੋਜ਼ ਵਾਲਾ ਕੰਮ ਵਾਲਾ ਗੱਲ ਨਹੀਂ ਹੈ। ਦਿਸ ਇਜ਼ ਡਿਫਰੈਂਟ, ਇਹ ਇੰਟਾਇਰਲੀ ਡਿਫਰੈਂਟ ਮਤਲਬ ਐਕਸ਼ਨਸ ਹੁੰਦੇ ਨੇ ਇਸ ਦੇ। ਇਹ ਮਾਂ ਨੂੰ ਸਮਝ ਆ ਜਾਂਦੇ ਨੇ, ਪਿਓ ਨੂੰ ਸਮਝ ਆ ਜਾਂਦੇ ਨੇ, ਭੈਣ ਨੂੰ ਸਮਝ ਆ ਜਾਂਦੇ ਨੇ, ਇਹ ਫੈਮਿਲੀ ਮੈਂਬਰ ਸਮਝ ਲੈਂਦੇ ਨੇ। ਤੇ ਕਮਲ ਜੀ, ਇੱਕ ਹੋਰ ਬੜੀ ਅੱਜ ਕੱਲ੍ਹ ਲੋਕ ਨਾ ਬੱਚਿਆਂ ਤੋਂ ਬੜੇ ਪਰੇਸ਼ਾਨ ਨੇ। ਲੋਕਡਾਊਨ ਦੇ ਵਿੱਚ ਬੱਚੇ ਘਰ ਨੇ, ਇੰਨੀਆਂ ਕੁਝ ਸ਼ਰਾਰਤਾਂ ਕਰਦੇ ਨੇ, ਉਹਨਾਂ ਦਾ ਬਿਹੇਵੀਅਰ ਇੰਨਾ ਅਬਨੋਰਮਲ ਕਈ ਵਾਰ ਲੱਗਦਾ ਹੈ ਕਿ ਓਵਰ ਐਕਸਾਈਟਮੈਂਟ ਬੱਚਿਆਂ ਦੇ ਵਿੱਚ ਅੱਜ ਕੱਲ੍ਹ। ਇਹ ਬਿਹੇਵ ਕਿੱਥੋਂ ਹੈ ਜੀ, ਕਿੱਥੋਂ ਆਇਆ ਇਹ ਵਾਲਾ ਬਿਹੇਵ ਬੱਚਿਆਂ ਦੇ ਵਿੱਚ? ਕਿਉਂਕਿ ਪਹਿਲਾਂ ਬੱਚਿਆਂ ਨੂੰ ਅਸੀਂ ਅਗਰ ਥੋੜ੍ਹਾ ਬਹੁਤ ਘੂਰ ਵੀ ਦਿੰਦੇ ਸੀ, ਅੱਖਾਂ ਦੀ ਘੂਰ ਵੀ ਮੰਨ ਲੈਂਦੇ ਸੀ ਬੱਚੇ, ਅੱਜ ਕੱਲ੍ਹ ਅੱਖਾਂ ਦੀ ਘੂਰ ਵੀ ਨਹੀਂ ਮੰਨਦੇ। ਇਹ ਬੱਚਿਆਂ ਦਾ ਬਿਹੇਵੀਅਰ ਇਸ ਤਰ੍ਹਾਂ ਹੈ, ਜਿਹੜੇ ਤਾਂ ਜ਼ਿਆਦਾ ਛੋਟੇ ਬੱਚੇ ਹੁੰਦੇ ਨੇ, ਜਦੋਂ ਕਹਿ ਲਓ 4ਵੀਂ 5ਵੀਂ ਤੱਕ, ਇਹ ਤਾਂ ਇਹਨਾਂ 'ਚ ਬਚਪਨਾ ਜ਼ਿਆਦਾ ਹੁੰਦਾ। ਜਦੋਂ ਬੱਚਾ ਨਵਾਂ ਪ੍ਰੀ ਸਕੂਲ ਦੇ ਵਿੱਚ ਐਂਟਰ ਹੁੰਦਾ ਨਾ, ਦੋ ਹੀ ਲੈਂਗੁਏਜਸ ਜਾਣਦਾ ਹੁੰਦਾ, ਇੱਕ ਪਿਆਰ ਦੀ, ਇੱਕ ਗੁੱਸੇ ਦੀ। ਜਾਂ ਤਾਂ ਉਹ ਪਿਆਰ ਨਾਲ ਤੁਹਾਨੂੰ ਸ਼ੋਅ ਕਰੇਗਾ, ਤੁਹਾਨੂੰ ਪਿਆਰ ਕਰੇਗਾ, ਹੱਸੇਗਾ, ਕਿਲਕਾਰੀਆਂ ਮਾਰੇਗਾ, ਜਾਂ ਉਹ ਗੁੱਸਾ ਕਰੇਗਾ, ਚੀਜ਼ ਭਗਾ ਕੇ ਮਾਰੇਗਾ। ਇਹ ਬੱਚੇ ਦੇ ਦੋ ਲੈਂਗੁਏਜਸ ਬੇਸਿਕ ਨੇਚਰ ਹੈ ਉਹਦਾ। ਪਰ ਜਿਵੇਂ ਜਿਵੇਂ ਵੱਡਾ ਹੁੰਦਾ ਅਸੀਂ ਉਹਨੂੰ ਸਪਰੈਸ ਹੈਂਡਲ ਕਿਵੇਂ ਕਰੀਏ? ਹੈਂਡਲ ਕਰਨਾ ਇਹ ਪੇਰੈਂਟਸ ਦੇ ਹੱਥ ਹੈ ਜੀ। ਪੇਰੈਂਟਸ ਨੂੰ ਕੋਈ ਟਿਪਸ ਦੋਗੇ ਤੁਸੀਂ ਪੇਰੈਂਟਿੰਗ ਦੇ?
ਪੇਰੈਂਟਸ ਦੀ ਟਿਪ ਇਹ ਹੈ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਰੋਲ ਮਾਡਲ ਬਣੀਏ। ਜੇ ਆਪਾਂ ਬੱਚਿਆਂ ਲਈ ਦਿਲੋਂ ਇੰਨਾ ਕਰ ਰਹੇ ਹਾਂ ਤੇ ਅਸੀਂ ਸੈਕਰੀਫਾਈਸ ਕਰ ਰਹੇ ਹਾਂ, ਤੇ ਇੱਕ ਉਹਨਾਂ ਨੂੰ ਫੀਲ ਹੋਣ ਲੱਗ ਜੇ ਬੱਚਿਆਂ ਨੂੰ ਕਿ ਸਾਡੇ ਮਾਂ-ਪਿਓ, ਸਾਡੇ ਪੇਰੈਂਟਸ ਸਾਡੇ ਲਈ ਜਿੰਦੇ ਨੇ, ਸਾਡੇ ਲਈ ਸਭ ਕੁਝ ਕਰਦੇ ਨੇ, ਸਾਡੇ ਲਈ ਡਿਸ਼ਿਸ ਬਣਾਉਂਦੇ ਨੇ, ਸਾਡੇ ਲਈ ਸਾਡਾ ਸਾਰਾ ਕੰਮ ਕਰਦੇ ਨੇ, ਜੋ ਸਾਡੇ ਸੁਪਨੇ ਨੇ ਉਹ ਪੂਰੇ ਕਰਦੇ ਨੇ। ਇੰਨਾ ਦਿਲੋਂ ਕਰੋ ਕਿ ਉਹਨਾਂ ਨੂੰ ਲੱਗਣ ਲੱਗ ਜੇ ਇਹਨਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਪੇਰੈਂਟਸ ਤੋਂ ਬਿਨਾਂ ਵੀ ਇਹ ਸਾਡਾ ਸਭ ਕੁਝ ਨੇ। ਮਤਲਬ ਇਹ ਨਹੀਂ ਹੋਣਾ ਚਾਹੀਦਾ ਰੋਲ ਮਾਡਲ ਤੋਂ ਭਾਵ ਕਿ ਅਸੀਂ ਖੁਦ 2-2 3-3 ਘੰਟੇ ਮੋਬਾਈਲ ਲਈ ਬੈਠੇ ਹਾਂ ਔਰ ਅਸੀਂ ਜਦੋਂ ਬੱਚਾ ਸਾਡਾ ਮੋਬਾਈਲ ਚੱਕੇ ਅਸੀਂ ਉਹਨਾਂ ਨੂੰ ਘੂਰ ਦਈਏ ਜਾਂ ਮਨਾ ਕਰ ਦਈਏ। ਹਾਂਜੀ ਹਾਂ, ਬਿਲਕੁਲ। ਸੈਕਰੀਫਾਈਸ ਜਦੋਂ ਕਰਾਂਗੇ ਤਾਂ ਜਦੋਂ ਸਹੀ ਮਾਨੇ 'ਚ ਕਰਾਂਗੇ ਨਾ, ਪੂਰਾ ਡਿਵੋਸ਼ਨ ਨਾਲ, ਫਿਰ ਬੱਚੇ ਨੂੰ ਫੀਲ ਹੋਏਗਾ, ਫਿਰ ਉਹ ਖੁਦ ਤੋਂ ਪੁੱਛੇਗਾ ਕਿ ਅਸੀਂ ਕੀ ਕਰੀਏ, ਥੋੜ੍ਹੇ ਤੋਂ ਬਾਹਰ ਨਹੀਂ ਜਾਏਗਾ। ਉਹ ਹੁੰਦਾ ਇਹ ਹੈ ਕਿ ਅਸੀਂ ਆਪ ਪੂਰੇ 100% ਨਹੀਂ ਹੁੰਦੇ, ਅਸੀਂ ਸ਼ੋਅ ਤਾਂ ਕਰਦੇ ਹਾਂ ਵੀ ਥਰੋ ਡਿਫਰੈਂਟ, ਅਸੀਂ ਕੁਝ ਉਹਨਾਂ ਨੂੰ ਕਲਾਸਿਸ ਲਗਾ ਦਿੰਦੇ ਹਾਂ ਜਾਂ ਕੋਈ ਗੈਜਟਸ ਲਿਆ ਦਿੰਦੇ ਹਾਂ ਜਾਂ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਅਸੀਂ ਫੁੱਲੀ ਉਹਨਾਂ ਨੂੰ ਗੈਜਟਸ ਕਲਚਰ ਠੀਕ ਹੈ ਅੱਜ ਦੇ ਟਾਈਮ? ਨਹੀਂ, ਬਿਲਕੁਲ ਠੀਕ ਨਹੀਂ ਜੀ। ਜਦੋਂ ਲੋੜ ਹੋਵੇ ਉਦੋਂ ਅਸੀਂ ਇਹਨੂੰ ਗੈਜਟਸ ਯੂਜ਼ ਕਰਨੇ। ਕਿਹੜੀ ਉਮਰ ਦੇ ਵਿੱਚ ਗੈਜਟ ਬੱਚੇ ਨੂੰ ਦੇਣਾ ਚਾਹੀਦਾ ਤੁਹਾਡੇ ਮੁਤਾਬਕ? ਇਹ ਜੀ ਮੇਰੇ ਖਿਆਲ 15-16 ਸਾਲ ਤੋਂ ਬਾਅਦ ਹੀ ਦੇਣਾ ਚਾਹੀਦਾ। ਤੇ ਅੱਜ ਤੇ ਸਾਡਾ ਮਾਹੌਲ ਇਹ ਹੈ ਪੰਜਾਬ ਦੇ ਵਿੱਚ ਕਿ ਸਾਡੀ ਅਗਰ 3 ਕਰੋੜ ਦੇ ਕਰੀਬ ਆਬਾਦੀ ਹੈ ਤੇ ਸਾਡੇ ਕੋਲ 6 ਕਰੋੜ 7 ਕਰੋੜ ਮੋਬਾਈਲ ਨੇ ਘਰਾਂ 'ਚ। ਉਹ ਇਸ ਤਰ੍ਹਾਂ ਹੋ ਗਿਆ, ਜਿਸ ਤਰ੍ਹਾਂ ਹੁਣ ਸਾਰਾ ਲੋਕਡਾਊਨ ਹੈ ਤਾਂ ਕਲਾਸਿਸ ਆਨਲਾਈਨ ਚੱਲ ਰਹੀਆਂ ਨੇ, ਤਾਂ ਹੁਣ ਤਾਂ ਸਾਨੂੰ ਗੈਜਟ ਦੇਣਾ, ਮੋਬਾਈਲ ਦੇਣਾ ਪਏਗਾ ਨਾ, ਹੋਰ ਕੋਈ ਆਪਸ਼ਨ ਨਹੀਂ ਹੈ ਸਾਡੇ ਕੋਲ, ਕਿਉਂਕਿ ਆਪਾਂ ਨੂੰ ਮੋਬਾਈਲ ਤੋਂ ਬਿਨਾਂ ਕਲਾਸਿਸ ਨਹੀਂ ਲੱਗ ਰਹੀਆਂ ਨੇ। ਫਿਲਹਾਲ ਤਾਂ ਦੇਣਾ, ਪਰ ਅਸੀਂ ਇਹਨੂੰ ਕੰਸਟਰਕਟਿਵਲੀ ਯੂਜ਼ ਕਰਨਾ ਹੈ। ਜਿਸ ਕੰਮ ਲਈ ਇਹ ਬਣਿਆ ਹੈ, ਇਨਫੋਰਮੇਸ਼ਨ ਲੈਣ ਲਈ ਬਣਿਆ ਹੈ, ਗੂਗਲ ਜੇ ਇਨਫੋਰਮੇਸ਼ਨ ਲੈਣੀ ਹੈ ਜਦੋਂ ਲੋੜ ਆ ਉਨੀ ਕੁ ਲਓ। ਜੇ ਸਾਨੂੰ ਕਲਾਸਿਸ ਲੱਗ ਰਹੀਆਂ, ਕੋਈ ਪਰਟੀਕੂਲਰ ਅਸਾਈਨਮੈਂਟ ਮਿਲੀ ਹੈ, ਕੋਈ ਵਰਡ ਆਪਾਂ ਅਨਕਲੀਅਰ ਹੈ ਤਾਂ ਉਹਨੂੰ ਸਰਚ ਕਰੋ, ਪਰ ਇਹ ਨਹੀਂ ਆਪਾਂ ਕੁਛ ਨਾ ਗੇਮਸ ਜਾਂ ਵਟ ਐਵਰ ਅਦਰ ਐਪਲੀਕੇਸ਼ਨਸ ਹੋਰ ਪਾਸੇ ਆਪਾਂ ਘੁੰਮੀ ਫਿਰੇ ਜਾਈਏ। ਇਹ ਥੋੜ੍ਹਾ ਜਿਹਾ ਜਿੰਨਾ ਕੰਮ ਦੀ ਲੋੜ ਉਨੀ ਦੇਰ ਯੂਜ਼ ਕਰੋ, ਉਸ ਤੋਂ ਬਾਅਦ ਪੇਰੈਂਟਸ ਲੈ ਲੈਣ ਫੋਨ। ਕਮਲ ਜੀ, ਇੱਥੇ ਤੁਹਾਡਾ ਜਿਹੜਾ ਪੇਰੈਂਟਸ ਨੇ ਜਾਂ ਬੱਚਿਆਂ ਤੋਂ ਪਰੇਸ਼ਾਨ ਨੇ ਜਾਂ ਖੁਦ ਤੋਂ ਪਰੇਸ਼ਾਨ ਨੇ, ਡਰੱਗਸ ਦਾ ਵੀ ਬੜਾ ਮਾਮਲਾ ਚੱਲ ਰਿਹਾ ਹੈ, ਫਿਰ ਕਿਸ ਤਰੀਕੇ ਨਾਲ ਟਰੀਟਮੈਂਟ ਇੱਥੇ ਤੁਸੀਂ ਦਿੰਦੇ ਹੋ? ਅਜਿਹੇ ਕਿਹੜੇ ਸ਼ਬਦ ਤੁਸੀਂ, ਅਜਿਹੀ ਕਿਹੜੀ ਫੂਕ ਜਿਹੜੀ ਉਹਨਾਂ ਦੇ ਕੰਨ ਦੇ ਵਿੱਚ ਮਾਰਦੇ ਹੋ ਕਿ ਉਹ ਡਰੱਗ ਵੀ ਛੱਡ ਦਿੰਦਾ ਹੈ, ਬੱਚੇ ਸ਼ਰਾਰਤਾਂ ਕਰਨੋਂ ਹਟ ਜਾਂਦੇ ਨੇ ਤੇ ਮਾਂ-ਬਾਪ ਨੂੰ ਲੱਗਦਾ ਹੈ ਕਿ ਸਾਨੂੰ ਰੋਲ ਮਾਡਲ ਬਣਨਾ ਚਾਹੀਦਾ? ਕੀ ਟਿਪਸ ਦੇਵੋਗੇ ਤੁਸੀਂ ਇੱਥੇ? ਕਿਸ ਤਰੀਕੇ ਨਾਲ ਤੁਸੀਂ ਟਰੀਟਮੈਂਟ ਕਰਦੇ ਹੋ ਫਿਰ ਅਜਿਹੀਆਂ ਪ੍ਰੋਬਲਮਸ ਦਾ? ਇੱਥੇ ਇੱਕ ਤਾਂ ਜਿਹੜੀਆਂ ਕੋਈ ਐਲੀਮੈਂਟਸ ਨੇ ਸਰੀਰ ਲੈਵਲ 'ਤੇ, ਉਹਦੇ ਲਈ ਡਾਈਟ ਬੇਸ ਅਸੀਂ ਕੰਸਲਟੈਂਸੀ ਦਿੰਦੇ ਹਾਂ ਅਤੇ ਡਾਈਟ ਵੀ ਪ੍ਰੋਵਾਈਡ ਕਰਦੇ ਹਾਂ ਮਿਲਟਸ ਦੀ। ਉਹ ਵੰਡਰਫੁਲ ਡਾਈਟ ਹੈ, ਉਹਦੇ ਤਾਂ ਸਿਸਟਮ ਦੇ ਬਹੁਤ ਬੈਨੀਫਿਟਸ ਹੈਗੇ, ਤੁਸੀਂ ਜਾਣਦੇ ਹੀ ਹੋ। ਉਸ ਤੋਂ ਇਲਾਵਾ ਕਾਉਂਸਲਿੰਗ ਹੈ ਅਤੇ ਮੈਡੀਟੇਸ਼ਨ ਹੈ। ਅਤੇ ਮੈਡੀਟੇਸ਼ਨ ਸਾਡਾ ਬਕਾਇਦਾ ਪ੍ਰੋਪਰ ਬਹੁਤ ਵਧੀਆ ਰੂਮ ਬਣਿਆ ਹੋਇਆ ਹੈ, ਪ੍ਰੋਪਰ ਸਾਇਲੈਂਸ ਦੇ ਵਿੱਚ, ਇਕਾਂਤ ਦੇ ਵਿੱਚ ਬਿਠਾ ਕੇ ਮੈਡੀਟੇਸ਼ਨ ਕਰਾਈ ਜਾਂਦੀ ਹੈ। ਮੈਡੀਟੇਸ਼ਨ ਬਾਰੇ ਅਵੇਅਰਨੈਸ ਬਹੁਤ ਘੱਟ ਹੈ, ਲੋਕ ਮੈਡੀਟੇਸ਼ਨ ਨੂੰ ਸਮਝਦੇ ਨਹੀਂ ਕਿਉਂਕਿ ਇਹਦੇ ਬਾਰੇ ਐਕਸਪਰਟਸ ਬਹੁਤ ਘੱਟ ਨੇ। ਲੋਕਲ ਸਿੰਪਲ ਯੋਗਾ ਨੂੰ ਜਾਂ YouTube ਤੋਂ ਕੁਝ ਵੀ ਸੁਣ ਕੇ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਇਹ ਅੰਡਰ ਇਹ ਪ੍ਰੋਪਰ ਗਾਈਡੈਂਸ ਐਕਸਪਰਟ ਦੇ ਅੰਡਰ ਮੈਡੀਟੇਸ਼ਨ ਕਰਨੀ ਚਾਹੀਦੀ ਹੈ, ਜਿਹਨੇ ਬਹੁਤ ਸਾਲ ਕੀਤੀ ਹੋਵੇ। ਤਾਂ ਉਹਦੇ ਫਿਰ ਰਿਜ਼ਲਟਸ ਐਸੇ ਨੇ ਕਿ ਬਹੁਤ ਸਾਰੇ ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ, ਬਹੁਤ ਸਾਰੇ ਸਾਈਕੈਟ੍ਰਿਕ ਮੈਡੀਸਿਨਸ ਤੋਂ ਬਚ ਜਾਓਗੇ। ਟਾਈਮਲੀ ਜੇ ਤੁਸੀਂ ਕਾਉਂਸਲਿੰਗ ਲਓ, ਮੈਡੀਟੇਸ਼ਨ ਪ੍ਰੋਪਰ ਕਰੋ, ਤਾਂ ਤੁਸੀਂ ਮਤਲਬ 2 ਤਰ੍ਹਾਂ ਦੀਆਂ ਮੈਡੀਟੇਸ਼ਨਸ ਹੈਲਪ ਕਰਦੀ ਹੈ। ਇੱਕ ਤਾਂ ਤੁਹਾਨੂੰ ਸੈਲਫ ਨਾਲ ਕਨੈਕਟ ਕਰਦੀ ਹੈ। ਜਦੋਂ ਤੁਸੀਂ ਸੈਲਫ ਨਾਲ ਕਨੈਕਟ ਹੋ ਕੇ ਤੁਹਾਡੀ ਅਵੇਅਰਨੈਸ ਵੱਧ ਜਾਂਦੀ ਹੈ, ਤੁਸੀਂ ਕੋਈ ਵੀ ਕੰਮ ਇਫੈਕਟਿਵਲੀ ਅਤੇ ਬਹੁਤ ਪ੍ਰੋਡਕਟਿਵਲੀ ਕਰਦੇ ਹੋ, ਕੌਨਫੀਡੈਂਸ ਨਾਲ ਕਰਦੇ ਹੋ, ਤੁਹਾਡੀ ਕੰਸਨਟ੍ਰੇਸ਼ਨ ਬਣ ਜਾਂਦੀ ਹੈ। ਕੁਝ ਮੈਡੀਟੇਸ਼ਨਸ ਨੇ ਵੀ ਜਿਹੜੀਆਂ ਸਪਿਰਿਚੁਅਲੀ ਸਾਨੂੰ ਹਾਇਰ ਫੋਰਸ ਨਾਲ ਕਨੈਕਟ ਕਰਦੀਆਂ ਨੇ, ਪਰਮਾਤਮਾ ਨਾਲ ਕਨੈਕਟ ਕਰਦੀਆਂ ਨੇ। ਜਦੋਂ ਤੁਸੀਂ ਉਸ ਲੈਵਲ ਥੋੜ੍ਹਾ ਜਿਹਾ ਟਾਈਮ ਮੈਡੀਟੇਸ਼ਨ ਪ੍ਰੈਕਟਿਸ ਕਰੋਗੇ, ਤੁਸੀਂ ਸੁਪਰੀਮ ਨਾਲ ਕਨੈਕਟ ਹੋਗੇ, ਤਾਂ ਤੁਹਾਡੀ ਜਿਹੜੀ ਵਿਆਕੁਲਤਾ ਹੈ ਲਾਈਫ ਦੀ ਖਤਮ ਹੋ ਜਾਂਦੀ ਹੈ। ਜਿਹੜਾ ਤੁਸੀਂ ਭਟਕਣ ਹੈ ਨਾ ਸਾਰੀ ਜਿਹੜੀ ਚੱਲ ਰਹੀ ਹੈ ਵੀ ਇਹ ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ, ਸਾਨੂੰ ਸਮਝ ਆ ਜਾਂਦੀ ਹੈ ਲਾਈਫ ਕੀ ਹੈ, ਸੈਲਫ ਰਿਅਲਾਈਜੇਸ਼ਨ ਹੋ ਜਾਂਦੀ ਹੈ ਸੋਲ ਦੀ ਅਤੇ ਪਰਮਾਤਮਾ ਦੀ, ਫਿਰ ਸਾਰੀ ਇਹ ਭਟਕਣ ਖਤਮ ਹੋ ਜਾਂਦੀ ਹੈ, ਤੁਸੀਂ ਰਿਲੈਕਸ ਹੋ ਜਾਂਦੇ ਹੋ। ਸੋ ਕਿੰਨਾ ਟਾਈਮ ਇੱਥੇ ਮੈਡੀਟੇਸ਼ਨ ਤੁਸੀਂ ਦਿੰਦੇ ਹੋ? 1 ਆਵਰ ਸੈਸ਼ਨ ਮੈਂ ਦਿੰਦਾ ਜੀ ਪਰ ਕੇਸ। ਅਤੇ ਜਦੋਂ 1 ਆਵਰ ਦੇ ਵਿੱਚ ਫਿਲਹਾਲ ਅੱਧਾ ਘੰਟਾ ਅਸੀਂ ਮੈਡੀਟੇਸ਼ਨ ਕਰਾਉਂਦੇ ਹਾਂ, ਅਤੇ ਉਸ ਤੋਂ ਪਹਿਲਾਂ ਕੁਝ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਅਤੇ ਕੁਝ ਕੁਐਸਚਨਸ ਪੁੱਛੇ ਜਾਂਦੇ ਨੇ, ਅਤੇ ਮੈਡੀਟੇਸ਼ਨ ਤੋਂ ਬਾਅਦ ਵੀ ਕੁਝ ਡਿਸਕਸ ਕੀਤਾ ਜਾਂਦਾ ਤਾਂ ਕਿ ਉਹ ਜਿਹੜੀ ਉਹ ਸਪਿਰਿਚੁਅਲ ਗੱਲਾਂ ਨੇ, ਉਹ ਨੌਲੇਜ ਆ, ਉਹ ਡਿਸਕਸ ਕੀਤੀ ਜਾਂਦੀ ਹੈ ਤਾਂ ਕਿ ਉਹ ਚੀਜ਼ ਜਿਹੜਾ ਪੇਸ਼ੈਂਟ ਆ ਉਹ ਅਪਲਾਈ ਕਰ ਲੇ, ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲੇ। ਅਤੇ ਇਸ ਤਰ੍ਹਾਂ ਉਹਨਾਂ ਨੂੰ ਜੇ 2-4 ਸੈਸ਼ਨ ਹੀ ਲੈ ਲਏਗਾ, ਉਹਨੂੰ ਬੜਾ ਬੈਨੀਫਿਟ ਹੋ ਜਾਂਦਾ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਇੱਦਾਂ ਦੀਆਂ ਮੈਡੀਟੇਸ਼ਨਸ ਦੀ ਲੋਕਾਂ ਨੂੰ ਜ਼ਰੂਰਤ ਜਾਂ ਸਾਈਕੋਲੋਜਿਸਟਾਂ ਦੀ ਲੋਕਾਂ ਨੂੰ ਜ਼ਰੂਰਤ ਇਸ ਕਰਕੇ ਪਈ ਹੈ ਕਿ ਸਾਨੂੰ ਜਿਹੜਾ ਪਰਿਵਾਰ ਨੇ ਅਲੱਗ-ਅਲੱਗ ਹੋ ਗਏ ਨੇ?
ਹਾਂ, ਇਹ ਟਾਈਮ ਨਾਲ ਜਿਹੜਾ ਚੇਂਜ ਆਇਆ ਹੈ ਵੀ ਪਰਿਵਾਰ ਅਲੱਗ ਹੋ ਗਏ ਨੇ, ਨਿਊਕਲੀਅਰ ਫੈਮਿਲੀਜ਼ ਹੋ ਗਈਆਂ ਨੇ, ਇਹ ਬਹੁਤ ਵੱਡਾ ਫੈਕਟਰ ਹੈ। ਪਹਿਲਾਂ ਜੁਆਇੰਟ ਫੈਮਿਲੀ 'ਚ ਰਹਿੰਦੇ ਸੀ, ਫੀਲਿੰਗਸ ਸ਼ੇਅਰ ਕਰਦੇ ਸੀ, ਬੈਠਦੇ ਸੀ, ਖੁੱਲ੍ਹ ਕੇ ਗੱਲ ਕਰਦੇ ਸੀ। ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਨੇ, ਉਨੀ ਡਿਸਕਸ਼ਨ ਨਹੀਂ ਹੈ ਫੈਮਿਲੀ ਲੈਵਲ 'ਤੇ, ਉਹਨਾਂ ਸਾਰਾ ਇਕੱਠਾ ਬੈਠਣਾ ਉੱਠਣਾ ਨਹੀਂ ਹੈ, ਅਤੇ ਇਹ ਚੀਜ਼ਾਂ ਫਰਕ ਤਾਂ ਪਾਉਂਦੀਆਂ ਹੀ ਪਰ ਨੇ। ਕਮਲ ਜੀ, ਜਿਹੜੇ ਹੋਰ ਹਸਪੀਟਲਸ ਦੇ ਵਿੱਚ ਮੈਡੀਟੇਸ਼ਨ ਸੈਂਟਰ ਹੋਰ ਆ ਹਸਪੀਟਲਸ ਦੇ ਵਿੱਚ ਵੀ ਬਣੇ ਹੁੰਦੇ ਨੇ, ਬੜੀ ਮੋਟੀ ਫੀਸ ਲੈਂਦੇ ਨੇ। ਇੱਥੇ ਕਿੰਨੀ ਕੁ ਫੀਸ ਰੱਖੀ ਹੈ ਤੁਸੀਂ? ਅਸੀਂ ਥੋੜ੍ਹੀ ਫੀਸ ਰੱਖੀ ਹੈ, ਪਰ ਸੈਸ਼ਨ ਅਸੀਂ 300 ਰੁਪੀਜ਼ ਲੈਂਦੇ ਹਾਂ, ਅਤੇ ਕੋਈ ਜ਼ਿਆਦਾ ਫੀਸ ਨਹੀਂ ਹੈ। ਅਤੇ ਮੈਡੀਟੇਸ਼ਨ ਕਰਨ ਦੇ ਬਹੁਤ ਇੰਨੇ ਜ਼ਬਰਦਸਤ ਬੈਨੀਫਿਟ ਹੋ ਰਹੇ ਨੇ, ਜਿਹੜੇ ਅੱਜ ਤੱਕ ਮੈਂ ਕੁਝ ਕੇਸਿਸ ਕੀਤੇ ਨੇ। ਕੁਝ ਲੋਕ ਕਹਿੰਦੇ ਨੇ ਕਿ ਸਾਡੇ ਦਿਮਾਗ 'ਚੋਂ ਗੱਲ ਨਿਕਲਦੀ ਨਹੀਂ ਸੀ, ਬੜੇ ਸਾਲ ਹੋ ਗਏ ਸੀ, ਜਾਂ ਕਈ ਵਾਰ ਰਾਤ ਨੂੰ ਕਹਿੰਦੇ ਨੀਂਦ ਨਹੀਂ ਆਉਂਦੀ, ਇੱਕੋ ਹੀ ਗੱਲ ਸੋਚੀ ਜਾਂਦੇ ਹਾਂ ਸਟ੍ਰੈਸ 'ਚ। ਕੁਝ ਸੈਸ਼ਨਸ ਦੇ ਵਿੱਚ ਹੁੰਦਾ ਕਿਉਂ ਹੈ ਜੀ? ਜਦੋਂ ਇੱਕ ਅਸੀਂ ਕਹਿੰਦੇ ਵੀ ਸਾਡੀ ਟਿਕ ਭਿੜ ਗਈ, ਪੰਜਾਬੀ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਟਿਕ ਭਿੜ ਗਈ, ਅਤੇ ਇੱਕ ਗੱਲ ਦਿਮਾਗ ਦੇ ਵਿੱਚ ਇੰਨੀ ਗਹਿਰੀ ਬੈਠ ਜਾਂਦੀ ਹੈ ਕਿ ਸਾਨੂੰ ਚਿਤਮਣੀ ਲੱਗ ਜਾਂਦੀ, ਅਸੀਂ ਚਿਤਮਣੀ ਕਹਿੰਦੇ ਹਾਂ ਉਹਨੂੰ ਪੰਜਾਬੀ ਦੇ ਵਿੱਚ, ਅਤੇ ਫਿਰ ਉਹਦਾ ਵੀ ਇਲਾਜ ਇੱਥੇ ਹੁੰਦਾ? ਹਾਂਜੀ ਹਾਂ, ਇਹੀ ਮੈਡੀਟੇਸ਼ਨ ਇਸੇ ਬਾਰੇ ਹੈ। ਬੇਸਿਕਲੀ ਅਸੀਂ ਥੋਟ ਦੇ ਬੇਸ 'ਤੇ ਲਾਈਫ ਜਿੱਦੇ ਹਾਂ, ਥੋਟ ਸਾਨੂੰ ਆਉਂਦਾ, ਉਸ ਦੇ ਬੇਸ 'ਤੇ ਅਸੀਂ ਐਕਸ਼ਨ ਲੈਂਦੇ ਹਾਂ, ਅਤੇ ਥੋਟ ਹੀ ਸਾਨੂੰ ਉਲਝਾ ਲੈਂਦੇ ਨੇ। ਮਾਈਂਡ ਐਸਾ ਹੈ ਕਿ ਇਹਦੀ ਐਸੀ ਐਬਿਲਿਟੀ ਬਣ ਗਈ, ਅਸੀਂ ਇੰਨੇ ਸਾਲਾਂ ਤੋਂ ਸੋਚਦੇ ਆ ਰਹੇ ਹਾਂ, ਓਵਰ ਥਿੰਕਿੰਗ ਕਰਦੇ ਆ ਰਹੇ, ਕੌਨਸਟੈਂਟ ਚੈਟਰਿੰਗ ਕਰਨ ਲੱਗਦਾ ਹੈ, ਬੈਠੇ ਉੱਠਦੇ ਕੰਮ ਕਰਦੇ, ਇਹ ਜੀ ਇਕਾਗਰਤਾ ਨਹੀਂ ਹੈ, ਸ਼ਾਂਤੀ ਨਹੀਂ ਹੈ, ਇਹ ਪੂਰਾ ਡਿਸਟਰਬ ਹੈ, ਹਲਚਲ 'ਚ ਹੈ। ਤਾਂ ਇਹੀ ਰੀਜ਼ਨ ਹੈ ਵੀ ਇਹਦੀ ਹੈਬਿਟ ਬਣ ਗਈ ਹੈ, ਚੈਟਰਿੰਗ ਕਰਨ ਦੀ ਹੈਬਿਟ ਬਣ ਗਈ ਹੈ। ਇਹਦਾ ਕੋਈ ਫਾਇਦਾ ਨਹੀਂ, ਇਹਨੂੰ ਵੇਸਟ ਥਾਟਸ ਕਹਿੰਦੇ ਨੇ, ਇਹਨੂੰ ਅਨਹੈਲਪਫੁਲ ਥਾਟਸ ਕਹਿੰਦੇ ਨੇ, ਇਹਨੂੰ ਕਚਰਾ ਕਿਹਾ ਜਾਂਦਾ ਹੈ। ਬੇਸਿਕਲੀ ਮੈਡੀਟੇਸ਼ਨ ਤੋਂ ਪਹਿਲਾ ਬੈਨੀਫਿਟ ਇਹੀ ਹੋਏਗਾ, ਤੁਹਾਡਾ ਜਿਹੜਾ ਕਚਰਾ ਉਹਦੀ ਸਫਾਈ ਹੁੰਦੀ ਹੈ, ਅਤੇ ਜਦੋਂ ਕਚਰੇ ਦੀ ਸਫਾਈ ਹੋ ਗਈ, ਫਿਰ ਤੁਹਾਡੇ ਉਸ ਤੋਂ ਬਾਅਦ ਤੁਸੀਂ ਬਹੁਤ ਸਾਰੇ ਤੁਹਾਨੂੰ ਸੋਲਿਊਸ਼ਨਸ ਮਿਲਦੇ ਨੇ, ਤੁਹਾਡੀ ਜਿਹੜੀਆਂ ਮੁਸ਼ਕਿਲਾਂ ਨੇ, ਜਿਹੜੇ ਤੁਸੀਂ ਫੈਸਲੇ ਲੈਣੇ ਜ਼ਿੰਦਗੀ ਦੇ, ਤੁਸੀਂ ਉਹ ਵਧੀਆ ਲੈ ਸਕਦੇ ਹੋ। ਬਹੁਤ ਬੈਨੀਫਿਟਸ ਨੇ ਜੀ, ਇਹ ਜਦੋਂ ਕੋਈ ਐਕਸਪੀਰੀਅੰਸ ਕਰਦਾ ਉਦੋਂ ਹੀ ਫੀਲ ਕਰ ਸਕਦਾ। ਬਾਕੀ ਆਪਾਂ ਤਾਂ ਇਹ ਡਿਸਕਸ ਹੀ ਕਰ ਰਹੇ ਹਾਂ, ਅਤੇ ਐਨੀ ਹਾਊ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਕਮਲ ਜੀ। ਸੋ ਇਹ ਸਨ ਜਿਹੜੇ ਕਾਉਂਸਲਰ ਨੇ, ਬਤੌਰ NP ਇਲਾਜ ਕੇਂਦਰ ਦੇ ਵਿੱਚ ਕਾਉਂਸਲਰ ਦੇ ਤੌਰ 'ਤੇ ਕੰਮ ਕਰਦੇ ਨੇ, ਮਨੋਵਿਗਿਆਨਿਕ ਦੇ ਤੌਰ 'ਤੇ ਕੰਮ ਕਰਦੇ ਨੇ, ਔਰ ਉਹਨਾਂ ਦਾ ਕਹਿਣਾ ਕਿ ਬਹੁਤ ਸਾਰੀਆਂ ਪਰੇਸ਼ਾਨੀਆਂ, ਦਿੱਕਤਾਂ ਸਾਡੇ ਦਿਲ ਦੇ ਵਿੱਚ, ਸਾਡੇ ਮਨਾਂ ਦੇ ਵਿੱਚ ਅਜਿਹੀਆਂ ਨੇ ਜਿਨ੍ਹਾਂ ਨੂੰ ਅਸੀਂ ਮੈਡੀਟੇਸ਼ਨ ਦੇ ਥਰੂ ਜਾਂ ਕਾਉਂਸਲਿੰਗ ਦੇ ਥਰੂ ਦੂਰ ਕਰ ਸਕਦੇ ਹਾਂ। ਸੋ ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਔਰ ਇਹ ਗੱਲਬਾਤ ਦੇ ਲਈ ਤੁਸੀਂ ਅਗਰ ਤੁਹਾਨੂੰ ਚਾਹੀਦਾ ਕਿ ਨੰਬਰ ਚਾਹੀਦਾ ਇਸ ਦਾ, ਡਾਕਟਰ ਸਾਹਿਬ ਦਾ ਨੰਬਰ ਚਾਹੀਦਾ, ਤਾਂ ਤੁਸੀਂ ਨੰਬਰ ਵੀ ਆਪਣਾ ਕਮੈਂਟ ਕਰਕੇ ਸਾਡੇ ਕੋਲੋਂ ਲੈ ਸਕਦੇ ਹੋ। ਅਸੀਂ ਪਰਸਨਲ ਤੌਰ 'ਤੇ ਤੁਹਾਨੂੰ ਡਾਕਟਰ ਸਾਹਿਬ ਦਾ ਨੰਬਰ ਹੈ ਜਿਹੜਾ NP ਇਲਾਜ ਕੇਂਦਰ ਦਾ, ਔਰ ਕਾਉਂਸਲਰ ਡਾਕਟਰ ਜਿਹੜੇ ਨੇ ਉਹਨਾਂ ਦਾ ਵੀ ਅਗਰ ਚਾਹੀਦਾ ਹੋਏਗਾ, ਕਮਲ ਜੀ ਦਾ ਕਾਉਂਸਲਰ ਦਾ, ਤਾਂ ਉਹ ਵੀ ਅਸੀਂ ਪ੍ਰੋਵਾਈਡ ਕਰਵਾਵਾਂਗੇ। ਆਸਿਫ ਫਾਰੂਕੀ, ਹਕੀਕਤ TV ਪੰਜਾਬੀ, ਪਟਿਆਲਾ।